ਭੀ ਸਚ। ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ, ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਾਰਾਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ, ਸਿਰ ਚਰਨਨ ਪਰ। ਤਿਨ ਸੰਤਨ ਕਾ ਬੰਦਨਾ, ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਅਮਰਦਾਸ ਹੋਏ ਪਾਸ ਗੁਰ, ਨਿਜ ਅਰਦਾਸ ਪ੍ਰਕਾਸ਼। ਆਤਪੁਤ ਲੀਲਾ ਆਪ ਕੀ, ਸਦਾ ਬਿਲਾਸ ਹੁਲਾਸ। ਅਮਰਦਾਸ ਹੋਏ ਪਾਸ ਗੁਰ, ਨਿਜ ਅਰਦਾਸ ਪ੍ਰਕਾਸ਼। ਆਦਪੁਤ ਲੀਲਾ ਆਪ ਕੀ, ਸਦਾ ਬਿਲਾਸ ਹੁਲਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ, ਦੀਨਾ ਬੰਧੂ ਭਗਤ ਵਛਲ। 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ, ਕਰੁਣਾ ਨਿਦਾਨ ਜਗ ਦਾਤੇ ਗੁਰੂ ਗਰੀਬ ਨਿਵਾਜ। ਨਿਹਚਲ ਚੌਰ ਛਤਰ ਤਖਤ ਕੇ ਮਾਲਕ, ਧੰਨ ਧੰਨ ਸਾਹਿਬ
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਵਡਭਾਗੇ ਹੋ ਜਿਨ੍ਹਾਂ ਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਦਿਆਂ ਆਪਾਂ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾਇਆ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਕਰਦੀ ਕੀਰਤੀ ਵਡਿਆਈ ਸਰਵਣ ਕਰਨ ਵਾਸਤੇ ਆਪ ਸਭ ਸੰਗਤਾਂ ਸਤ ਸੰਗਤ ਦੀਆਂ ਕੜੀਆਂ ਦਾ ਆਨੰਦ ਮਾਣ ਰਹੇ ਹੋ। ਜਥਾ ਪ੍ਰਸੰਗ ਖਾਲਸਾ ਜੀ ਆਪਾਂ ਪਿਛਲੇ ਦੀਵਾਨ ਵਿੱਚ ਸਰਵਣ ਕੀਤਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਵਾਂ ਦਾ ਕਲਿਆਣ ਕਰਦਿਆਂ ਹੋਇਆਂ ਸਤਿਗੁਰਾਂ ਨੇ ਬੇਅੰਤ ਆਪਣੇ ਜੀਵਨ ਵਿੱਚ ਕੌਤਕ ਕੀਤੇ। ਆਪਣੇ ਪਾਸ ਸਭ ਕੁਝ ਹੁੰਦਿਆਂ ਹੋਇਆਂ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਕ ਆਮ ਸਾਧਾਰਨ ਜੀਵਨ ਜੀਵਿਆ ਕਰਦੇ। ਗਰੀਬ ਨਿਵਾਜ ਸਤਿਗੁਰਾਂ ਨੇ ਜੀਵਾਂ ਦਾ ਕਲਿਆਣ ਕਰਦਿਆਂ ਹੋਇਆਂ ਬਸੰਤ ਰੁੱਤ ਆਉਣ ਤੇ ਮਨ ਵਿੱਚ ਇੱਛਾ ਕੀਤੀ ਕਿ ਅਸੀਂ ਇਸ ਰੁੱਤ ਦੇ ਵਿੱਚ ਇਹ ਸਰੀਰ ਤਿਆਗ ਜਾਈਏ। ਇਹ ਬਚਨ ਪ੍ਰਗਟ ਕਰਕੇ ਸਭ ਸੰਗਤਾਂ ਤਾਈਂ ਆਖੇ। ਪਾਸੇ ਆਸੇ ਦੀਆਂ ਸੰਗਤਾਂ ਨੂੰ ਸੱਦੇ ਭੇਜ ਦਿੱਤੇ ਗਏ। ਸੱਚੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੂੰ ਵੀ ਸਤਿਗੁਰਾਂ ਨੇ ਸਿੱਖ ਭੇਜ ਗੋਇੰਦਵਾਲ ਸਾਹਿਬ ਤੋਂ ਆਪਣੇ ਪਾਸ ਬੁਲਾਇਆ ਹੈ ਔਰ ਸਿੱਖਾਂ ਨੂੰ ਆਪਣੇ ਅੰਤਮ ਸੰਸਕਾਰ ਦੀ ਸਾਰੀ ਸਮੱਗਰੀ ਲਿਆਉਣ ਲਈ ਹੁਕਮ ਕੀਤਾ। ਸਾਰੇ ਸਿੱਖ ਸੰਗਤਾਂ ਮਹਾਰਾਜ ਦੇ ਚਰਨੀ ਹਾਜ਼ਰ ਹਨ। ਸਤਿਗੁਰਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੂੰ 5 ਪੈਸੇ ਨਾਲੀਏਰ ਰੱਖ 3 ਪ੍ਰਭੇਦ ਹੋਣਾ ਲੋਚਦਾ ਹੈ ਤਾਂ ਉਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨੀ ਮੱਥਾ ਟੇਕ ਦੇਵੇ, ਇਹਨਾਂ ਦੇ ਲੜ ਲੱਗ ਜਾਵੇ। ਸਾਰਿਆਂ ਤੋਂ ਪਹਿਲਾਂ ਕਵੀ ਜੀ ਕਹਿੰਦੇ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਨੇ ਮਹਾਰਾਜ ਦਾ ਹੁਕਮ ਪਾ ਕਰਕੇ ਮੱਥਾ ਟੇਕਿਆ। ਪਿੱਛੇ ਸਾਰੀ ਸੰਗਤ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਹਿਬ ਦੇ ਚਰਨਾਂ ਉੱਪਰ ਸ਼ੀਸ਼ ਨਵਾਏ ਹਨ। ਦਾਸੂ ਤੇ ਦਾਤੂ ਦੋਵੇਂ ਪੁੱਤਰ ਮਹਾਰਾਜ ਦੇ ਸੰਗਤ ਵਿੱਚੋਂ ਜਦ ਨਾ ਉੱਠੇ, ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਵੱਡੇ ਪੁੱਤਰ ਨੂੰ ਆਖਿਆ ਕਿ ਇਹਨਾਂ ਦੇ ਚਰਨੀ ਸ਼ੀਸ਼ ਨਿਵਾਓ। ਬਾਬਾ ਦਾਸੂ ਜੀਆਂ ਜਵਾਬ ਦਿੱਤਾ, ਮਹਾਰਾਜ ਇਹ ਸਾਡੇ ਘਰ ਦੇ ਦਾਸ ਹਨ। ਇੱਕ ਤਾਂ ਦਾਸ ਨੂੰ ਤੁਸਾਂ ਸਾਰੀ ਵਸਤੂ ਘਰ ਦੀ ਭਾਵ ਗੁਰਿਆਈ ਇਹ ਦੇ ਦਿੱਤੀ, ਹੁਣ ਇਹਨਾਂ ਦੇ ਚਰਨੀ ਵੀ ਮੱਥਾ ਟੇਕੀਏ, ਇਹ ਸਾਨੂੰ ਬਣ ਨਹੀਂ ਆਉਂਦੀ। ਮਹਾਰਾਜ ਨੇ ਬਾਬਾ ਦਾਤੂ ਜੀਆਂ ਵੱਲ ਜਦੋਂ ਵੇਖਿਆ, ਉਹਨਾਂ ਦਾ ਵੀ ਐਸਾ ਹੀ ਰੁੱਖ ਐਸਾ ਹੀ ਜਵਾਬ ਸੁਣਿਆ। ਸਤਿਗੁਰੂ ਜੀ ਤੂਛਣ ਰਹੇ, ਚੁੱਪ ਕਰ ਗਏ ਹਨ, ਬੋਲੇ ਕੁਝ ਨਾ। ਤੋ ਮਹਾਰਾਜ ਜਾ ਸਿੰਘਾਸਣ ਤੇ ਸੁਭਾਏਮਾਨ ਹੋ ਰਹੇ ਹੈ। ਸਿੱਖ ਸੰਗਤਾਂ ਦਰਸ਼ਨ ਕਰਦੀਆਂ। ਦਰਸ਼ਨ ਕਰਨ ਤਾਂ ਸਾਰੇ ਆਉਂਦੇ ਹੈ, ਪਰ ਜਿੰਨੇ ਦਰਸ਼ਨ ਕਰਨ ਵਾਲੇ ਹੁੰਦੇ ਹੈ ਉਹ ਸਾਰੇ ਖਾਲਸਾ ਜੀ ਸ਼ਰਧਾਲੂ ਨਹੀਂ ਹੁੰਦੇ, ਬਹੁਤੇ ਸ਼ੰਕਾਵਾਦੀ ਹੁੰਦੇ ਆ। ਇੱਥੇ ਆਹ ਕਿਉਂ ਹੈ, ਆਹ ਕਿਵੇਂ ਹੈ, ਇਹ ਨਹੀਂ ਹੋਣਾ ਚਾਹੀਦਾ। ਇਹੋ ਜਿਹੇ ਸ਼ੰਕਾਵਾਦੀ ਮਹਾਰਾਜ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੀ ਸੰਗਤ ਵਿੱਚ ਵੀ ਹਨ, ਜਿਹੜੇ ਸ਼ੰਕਾ ਕਰਦੇ ਕਹਿੰਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਤੇ ਸਣ ਦੇ ਹੀ ਸੱਚਖੰਡ ਗਏ ਸੀ ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਆ ਕਿ ਸਾਡਾ ਅੰਤਿਮ ਸੰਸਕਾਰ ਪਿੱਛੋਂ ਤੁਸਾਂ ਕਰਨਾ ਹੈ। ਕੀ ਫਿਰ ਇਹ
ਇੰਨੀ ਸਮਰੱਥਾ ਨਾ ਰੱਖਦੇ ਹੋਣ ਵੀ ਸਣ ਦੇ ਹੀ ਸੱਚਖੰਡ ਜਾ ਸਕਣ। ਕੀ ਆ ਇਹਨਾਂ ਵਿੱਚ ਕੋਈ ਕਰਾਮਾਤ ਅਜਮਤ ਘੱਟ ਹੋਵੇ ਗੁਰੂ ਨਾਨਕ ਪਾਤਸ਼ਾਹ ਨਾਲੋਂ? ਕੁਝ ਜਿਹੜੇ ਸ਼ੰਕਾਵਾਦੀਆਂ ਨੇ ਸ਼ੰਕਾ ਕੀਤਾ, ਅੰਤਰਜਾਮੀ ਗੁਰੂ ਅੰਗਦ ਪਾਤਸ਼ਾਹ ਜੀ ਜਾਣ ਗਏ। ਸਿੰਘਾਸਣ ਤੇ ਬੈਠੇ ਬੈਠੇ ਮਹਾਰਾਜ ਜੀ ਵਿਚਾਰ ਕਰਦੇ ਆ ਕਿ ਜੇ ਇਹਨਾਂ ਦੇ ਮਨ ਦਾ ਸ਼ੰਕਾ ਨਾ ਗਿਆ ਤੇ ਸ਼ੰਕਾਵਾਦੀ ਦੀ ਕਲਿਆਣ ਨਹੀਂ ਹੁੰਦੀ। ਸਾਡੀ ਕੀਤੀ ਹੋਈ ਸੰਗਤ ਦਾ, ਲੰਗਰਾਂ ਦੀ, ਗੁਰੂ ਕੇ ਦਰ ਘਰ ਦੀ ਕੀਤੀ ਸੇਵਾ ਦਾ ਸ਼ੰਕਾਵਾਦੀ ਨੂੰ ਕਦੇ ਫਲ ਨਹੀਂ ਮਿਲੇਗਾ। ਸਲਾਮ ਜਵਾਬ ਦੋਵੈ ਕਰੇ ਮੁੱਢੋ ਕੁੱਥਾ ਜਾਏ। ਔਰ ਮਹਾਰਾਜ ਜੀ ਵਿਚਾਰ ਕਰਕੇ ਕਿ ਇਹਨਾਂ ਦੀ ਕਲਿਆਣ ਜ਼ਰੂਰ ਕਰੀਏ, ਕਿਉਂਕਿ ਸਾਡੇ ਦਰ ਘਰ ਦੇ ਸਿੱਖ ਚਰਨੀ ਆਏ ਆ, ਇਹਨਾਂ ਦੇ ਮਨ ਵਿੱਚ ਸ਼ੰਕਾ ਨਾ ਰਹਿ ਜਾਵੇ। ਸਿੰਘਾਸਣ ਉੱਪਰ ਵਿਰਾਜਮਾਨ ਹੋ ਰਹੇ ਸਤਿਗੁਰੂ ਜੀ ਇੱਕੋ ਦਮ ਅਲੋਪ ਹੋ ਗਏ। ਸੰਗਤਾਂ ਵਿੱਚ ਰੌਲਾ ਪੈ ਗਿਆ ਕਿ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਤਾਂ ਸੰਸਕਾਰ ਕਰਨ ਨੂੰ ਕਿਹਾ ਤੇ ਇਹ ਕੀ ਸਤਿਗੁਰਾਂ ਭਾਣਾ ਵਰਤਾਇਆ ਹੈ। ਸਾਰੇ ਪਾਸੇ ਇਉਂ ਚੱਲਦੀ ਗੱਲ ਜਿਹੜੀ ਵਾ ਲੰਗਰ ਵਿੱਚ, ਜਦੋਂ ਇਹ ਗੱਲ ਚੱਲੀ ਉੱਥੇ ਹੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਲੰਗਰਾਂ ਵਿੱਚ ਸੇਵਾ ਕਰ ਰਹੇ ਸੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੌੜੇ ਹੋਏ ਇੱਥੇ ਮਹਾਰਾਜ ਦੇ ਸਿੰਘਾਸਣ ਦੇ ਪਾਸ ਆਏ। ਹੁਣ ਅੰਤਰਜਾਮੀ ਪਾਤਸ਼ਾਹ ਦੇ ਸੇਵਕ ਗੁਰੂ ਅਮਰਦਾਸ ਜੀ ਮਹਾਰਾਜ ਵੀ ਅੰਤਰਜਾਮੀ ਹਨ, ਕਿਉਂਕਿ ਰੂਪ ਉਹਾ ਹੈ, ਕੇਵਲ ਸਰੀਰ ਬਦਲਿਆ। ਗੁਰੂ ਅਮਰਦਾਸ ਜੀ ਮਹਾਰਾਜ ਜੀ ਵੀ ਜਾਣ ਗਏ ਵੀ ਮਹਾਰਾਜ ਨੇ ਕੌਤਕ ਕਿਉਂ ਕੀਤਾ। ਕੁਝ ਕੁ ਸਿੱਖਾਂ ਦੇ ਮਨ ਵਿੱਚ ਸ਼ੰਕਾ ਰਹਿ ਗਿਆ ਸੀ ਵੀ ਸ਼ਾਇਦ ਗੁਰੂ ਨਾਨਕ ਪਾਤਸ਼ਾਹ ਤੋਂ ਨਿਉਤਣ ਹੋਣ ਗੁਰੂ ਅੰਗਦ ਪਾਤਸ਼ਾਹ ਜੀ ਮਹਾਰਾਜ ਨੇ ਤਾਂ ਇਹ ਆਪਣਾ ਸਰੀਰ ਅਲੋਪ ਕਰ ਲਿਆ ਹੈ। ਇਸੇ ਤਰ੍ਹਾਂ ਹੱਥ ਜੋੜ ਕਰਕੇ ਫਿਰ ਬੇਨਤੀ ਕੀਤੀ, ਹੈ ਸੱਚੇ ਪਾਤਸ਼ਾਹ ਮਹਾਰਾਜ ਸ਼ੰਕਾਵਾਦੀਆਂ ਦਾ ਕੀ ਹੈ? ਇਹ ਮਹਾਰਾਜ ਤੁਹਾਡੇ ਤੁੱਲ ਥੋੜ੍ਹੀ ਹੈ ਸ਼ੰਕਾ ਕਰਦੇ ਰਹਿਣ। ਮਹਾਰਾਜ ਕਰਦੇ ਤਾਂ ਸ਼ਰਧਾਲੂ ਸਿੱਖ ਮਹਾਰਾਜ ਜਾਣਦੇ ਆ ਵੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਰੂਪ ਹੋ, ਔਰ ਆਪ ਜੈਸੀ ਰੀਤ ਮਰਿਆਦਾ ਸੰਸਾਰ ਦੀ ਬਣੀ ਹੈ, ਜਿਵੇਂ ਪਹਿਲਾਂ ਸਰੀਰ ਛੱਡ ਕੇ ਆਪ ਜੀ ਜਾ ਰਹੇ ਸੀ, ਉਹੀ ਰੀਤ ਨਿਭਾਓ। ਫਿਰ ਬੇਅੰਤ ਤਰ੍ਹਾਂ ਦਾ ਮਹਾਰਾਜ ਜੀਆਂ ਨੇ ਕੀਰਤੀ ਜਸ ਗਾਇਆ ਹੈ। ਮਹਾਰਾਜ ਆਪ ਜੀ ਤਿੰਨੇ ਲੋਕਾਂ ਦੇ ਥਾਪਣ ਹਾਰੇ, ਗੜਨ ਭੰਜਨ ਹੋ, ਸੁਛੰਦ ਚੰਦਰਮਾ ਵਾਂਗ ਵੀ ਨਹੀਂ, ਚੰਦਰਮਾ ਤੋਂ ਵੀ ਵਧੇਕ ਹੋ, ਪ੍ਰਿਥਵੀ ਦੇ ਪਾਲਕ ਹੋ, ਜਿਹੜੇ ਕੋਈ ਅਵਕਾਰ ਰੂਪ ਵੈਰੀ ਇਹਨਾਂ ਦੇ ਨਾਸ਼ ਕਰਨ ਵਾਲੇ ਹੋ, ਸਾਰੇ ਜੀਵਾਂ ਨੂੰ ਰੋਜੀ ਰੋਟੀ ਦੇਣ ਵਾਲੇ ਹੋ। ਕਿਰਪਾ ਕਰੋ ਮਹਾਰਾਜ ਜੀ, ਆਪ ਜੀ ਦਰਸ਼ਨ ਬਖਸ਼ੋ, ਇਹਨਾਂ ਦੀ ਸਿੱਖਾਂ ਦੀ ਭੁੱਲ ਖਿਮਾ ਕਰੋ। ਬਹੁਤ ਬੇਨਤੀਆਂ ਤੇ ਜਸ ਗਾਇਆ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ। ਆਪਣੇ ਸੇਵਕ ਦਾ ਪ੍ਰੇਮ ਵੇਖ ਕਰਕੇ ਗੁਰੂ ਅੰਗਦ ਪਾਤਸ਼ਾਹ ਜੀ ਫਿਰ ਪ੍ਰਗਟ ਹੋਏ ਹਨ। ਫਿਰ ਉਸੇ ਤਰ੍ਹਾਂ ਹੀ ਸਿੰਘਾਸਣ ਤੇ ਬੈਠ ਰਹੇ ਹਨ। ਸੰਗਤਾਂ ਦਰਸ਼ਨ ਦੀਦਾਰੇ ਕਰ ਕਰਕੇ ਬਹੁਤ ਆਨੰਦ ਮਾਣਦੀਆਂ ਹਨ। ਇੱਥੋਂ ਤੀਕਰ ਖਾਲਸਾ ਜੀ ਕੱਲ ਦੇ ਦੀਵਾਨ ਵਿੱਚ ਪਹਿਲੀ ਰਾਸ ਦੇ 27 ਅੰਸੂ ਸੰਪੂਰਨ ਹੋ ਗਏ ਸਨ। ਜਥਾ ਪ੍ਰਸੰਗ ਅੱਗੇ ਆ ਰਿਹਾ ਹੈ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦੇ ਜੋਤੀ ਜੋਤ ਸਮਾਵਣੇ ਦਾ ਉਹ ਸਾਰਾ ਪ੍ਰਸੰਗ ਖਾਲਸਾ ਜੀ ਆਪ ਜੀ ਮਨ ਚਿੱਤ ਬਿਰਤੀਆਂ ਕਾਗਰ ਕਰਕੇ ਸਰਵਣ ਕਰੋ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾਈਏ। ਸਭ ਸੰਗਤ ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਮਰਦਾਸ ਹੋਏ ਪਾਸ ਗੁਰ। ਤੋ ਇਸੇ ਤਰ੍ਹਾਂ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਜਦੋਂ ਗੁਪਤ ਹੋਏ ਵੈ, ਇਹਨਾਂ ਦੇ ਪਾਸ ਹੋ ਕਰਕੇ ਸ੍ਰੀ ਅਮਰਦਾਸ ਜੀਆਂ ਨੇ ਨਿਜ ਅਰਦਾਸ ਪ੍ਰਕਾਸ਼ ਤੇ ਆਪਣੇ ਪ੍ਰੇਮ ਭਰੇ ਮਨ ਦੇ ਨਾਲ ਅਰਦਾਸ ਕੀਤੀ ਹੈ, ਬੇਨਤੀ ਕੀਤੀ ਹੈ ਦਰਸ਼ਨਾਂ ਵਾਸਤੇ। ਅਦਭੁਤ ਲੀਲਾ ਆਪ ਕੀ। ਇਹ ਸੱਚੇ ਪਾਤਸ਼ਾਹ ਜੀ ਆਪ ਜੀ ਕੀ ਜਿਹੜੀ ਲੀਲਾ ਹੈ ਨਾ, ਉਹ ਅਦਭੁਤ ਹੈ, ਅਸਚਰਜ ਹੈ। ਸਦਾ ਬਿਲਾਸ ਹੁਲਾਸ ਤੇ ਤੁਹਾਡੇ ਬਚਨਾਂ ਦੇ ਵਿੱਚ ਸਦਾ ਹੁਲਾਸਾ ਖੇੜਾ ਰਹਿੰਦਾ ਹੈ। ਜਾਪਈ
ਇਹ ਕਾਰਨ ਕਿਮ ਰਾਵਰ ਕੀਨਾ। ਪਰ ਮਹਾਰਾਜ ਜੀ ਕਿਰਪਾ ਕਰਕੇ ਦੱਸੋ ਵੀ ਆਪ ਜੀਆਂ ਇਹ ਜਿਹੜਾ ਵੈ ਕੌਤਕ ਜਿਹਾ ਜਿਹੜਾ ਅਸਚਰਜ ਜੀ ਕਿਉਂ ਕੀਤਾ, ਇੱਕੋ ਦਮ ਸਿੰਘਾਸਣ ਤੋਂ ਆਪ ਜੀ ਕਿਉਂ ਅਲੋਪ ਹੋ ਗਏ ਹੋ। ਸਭ ਕੇ ਮਨ ਅਚਰਜ ਬੜ ਦੀਨਾ। ਤੇ ਇਹ ਕਾਰਜ ਕਰਕੇ ਮਹਾਰਾਜ ਜੀ ਸਾਰਿਆਂ ਸਿੱਖਾਂ ਦੇ ਹਿਰਦੇ ਵਿੱਚ ਬੜਾ ਹੈਰਾਨੀ ਹੁੰਦੀ ਆ, ਅਸਚਰਜਤਾ ਵੱਧ ਗਈ ਹੈ। ਇਸ ਪ੍ਰਕਾਰ ਨਹਿ ਉਚਿਤ ਤੁਮਾਰੇ। ਆਪ ਜੀ ਵਾਸਤੇ ਮਹਾਰਾਜ ਇਹ ਯੋਗ ਨਹੀਂ ਹੈ। ਪਰਮ ਧਾਮ ਕੋ ਜਥਾ ਪਧਾਰੇ। ਜਿਸ ਪ੍ਰਕਾਰ ਆਪ ਜੀ ਪਰਮ ਧਾਮ ਉਹ ਸੱਚਖੰਡ ਨੂੰ ਬਰਾਚ ਗਏ ਸੋ। ਸ਼੍ਰੀ ਅੰਗਦ ਸੁਨਤ ਬਹਿ ਬਖਾਨਾ। ਭਾਵ ਕੇ ਸਣ ਦੇ ਹੀ ਤੁਸੀਂ ਸੱਚਖੰਡ ਚਾਲਾ ਮਾਰ ਦਿੱਤਾ ਸੀ ਮਹਾਰਾਜ। ਇਹ ਕਿਉਂ ਕੀਤਾ ਆਪ ਜੀਆਂ ਨੇ? ਸ਼੍ਰੀ ਅਮਰਦਾਸ ਜੀਆਂ ਬੇਨਤੀ ਕੀਤੀ। ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਬੇਨਤੀ ਸੁਣ ਗੁਰੂ ਅੰਗਦ ਪਾਤਸ਼ਾਹ ਜੀ ਮੁਖੋਂ ਬੋਲੇ ਐ। ਸਿੱਖਣ ਕੇ ਮਨ ਸ਼ੰਕ ਮਹਾਨਾ। ਇਹ ਸ਼੍ਰੀ ਅਮਰਦਾਸ ਜੀ ਇੱਥੇ ਕਈ ਕੁ ਸਿੱਖਾਂ ਦੇ ਮਨ ਵਿੱਚ ਬੜਾ ਭਾਰੀ ਸ਼ੰਕਾ ਉੱਠ ਖਲੋਤਾ ਸੀ। ਸਹਿਤ ਸਰੀਰ ਬੈਕੁੰਠ ਸਿਧਾਰੇ। ਵੀ ਇਹ ਗੁਰੂ ਨਾਨਕ ਪਾਤਸ਼ਾਹ ਤੋਂ ਸ਼ਾਇਦ ਘੱਟ ਹੋਣ ਜਿਹੜੇ ਸਰੀਰ ਛੱਡ ਕੇ ਜਾ ਰਹੇ ਆ, ਕਿ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਸਣਦੇ ਹੀ ਗਏ ਸੀ। ਇਹ ਸ਼ੰਕੇ ਦੀ ਨਿਵਰਤੀ ਵਾਸਤੇ ਅਸੀਂ ਜਿਹੜਾ ਜਣਾਉਣਾ ਕੀਤਾ ਵੀ ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਹੀ ਰੂਪ ਹਾਂ, ਸ਼ੰਕਾ ਨਾ ਕਰੋ। ਸੱਚਖੰਡ ਜਿਹੜਾ ਸਣਦੇ ਹੀ ਚਾਲਾ ਮਾਰ ਦਿੱਤਾ ਸੀ। ਆਪਸ ਮਹਿ ਮਿਲ ਕਰਤ ਉਚਾਰੇ। ਤੇ ਆਪਸ ਵਿੱਚ ਮਿਲ ਮਿਲ ਕੇ ਇਉਂ ਕਰਦੇ ਸਨ। ਏਵ ਨ ਕਰਤੇ ਸ਼ਰਧਾ ਨਾਸਤ। ਜੇ ਆਪਸ ਵਿੱਚ ਜਿਵੇਂ ਮਿਲ ਕੇ ਸ਼ੰਕਾ ਕਰਦੇ ਸੀ ਸਿੱਖ, ਤੇ ਜੇ ਅਸੀਂ ਸੱਚਖੰਡ ਨੂੰ ਸਣਦੇ ਹੀ ਨਾ ਚਾਲਾ ਮਾਰਦੇ, ਸਰੀਰ ਨਾ ਸਮੇਤ ਅਲੋਪ ਕਰਦੇ, ਤੇ ਇਹਨਾਂ ਦਾ ਸ਼ੰਕਾ ਨਹੀਂ ਸੀ ਕਦੇ ਨਿਵਰਤ ਹੋਣਾ। ਲਗਤ ਦੋਸ ਮਮ ਦਾਸਨ ਗ੍ਰਾਸਤ। ਤੇ ਸਾਡੇ ਦਾਸਾਂ ਨੂੰ ਜੇ ਸ਼ੰਕਾ ਗ੍ਰਸਤ ਹੋ ਜਾਣ, ਸ਼ੰਕੇ ਨੇ ਗ੍ਰਹਿਣ ਕੀਤਾ, ਪਕੜਿਆ ਹੋਵੇ, ਤੇ ਇਹਦਾ ਦੋਸ਼ ਤਾਂ ਗੁਰੂ ਨਹੀਂ ਲੱਗਦਾ ਨਾ, ਜੇਕਰ ਜਿਹੜਾ ਵਾ ਉਹ ਸਿੱਖ ਦੀ ਕਲਿਆਣ ਨਾ ਹੋਵੇ। ਕਿਉਂਕਿ ਸਾਧ ਸੰਗਤ ਜੀ ਗੁਰਬਾਣੀ ਦਾ ਵੀ ਇਹ ਪਾਵਨ ਫਰਮਾਨ ਹੈ, ਮਾਏ ਮੁੰਡ ਹੱਥੇ ਗੁਰੂ ਕੀ ਜਾਤੇ ਭਰਮ ਨਾ ਜਾਏ, ਆਪ ਡੁੱਬੇ ਚਹੁਬੇਦ ਮੇ ਚੇਲੇ ਦੀਏ ਬਹਾਏ। ਜਿੱਥੇ ਲਧਾਈਕਿਆਂ ਦਾ ਪਾਵਨ ਪਵਿੱਤਰ ਸਥਾਨ ਹੈ ਬਾਘੇ ਪੁਰਾਣੇ ਦੇ ਲਾਗੇ, ਉੱਥੇ ਟਕਸਾਲ ਦਾ ਪਹਿਰਾ ਹੈ। ਛੇਵੇਂ ਪਾਤਸ਼ਾਹ ਦਾ ਖਾਲਸਾ ਜੀ ਪਾਵਨ ਪਵਿੱਤਰ ਸਥਾਨ ਹੈ, ਜਿੱਥੇ ਗੁਰੂ ਗਰੀਬ ਨਿਵਾਜ ਧੰਨ ਗੁਰੂ ਹਰਗੋਬਿੰਦ ਰਾਏ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸੱਪ ਦਾ ਕਲਿਆਣ ਕੀਤਾ ਸੀ। ਜਦੋਂ ਮਹਾਰਾਜ ਇਸ ਪਾਵਨ ਧਰਤੀ ਤੇ ਆਏ, ਇੱਕ ਬਹੁਤ ਭਾਰੀ ਸਰੀਰ ਦਾ ਮੋਟਾ ਤਾਜ਼ਾ ਜਿਹੜਾ ਸੱਪ ਤੇ ਗੁਰੂ ਹਰਗੋਬਿੰਦ ਰਾਏ ਮਹਾਰਾਜ ਦੇ ਵੰਨੀ ਤੁਰਿਆ ਆਵੇ। ਮਹਾਰਾਜ ਜੀ ਉਹ ਡੋਲ ਖੜੇ ਰਹੇ। ਜਦੋਂ ਮਹਾਰਾਜ ਦੇ ਆਣ ਲਾਗੇ ਆਇਆ, ਸਤਿਗੁਰਾਂ ਜਦੇ ਹੀ ਖਾਲਸਾ ਜੀ ਉਹਦੇ ਸਿਰ ਦੇ ਨਾਲ ਆਪਣਾ ਚਰਨ ਛੁਹਾਇਆ। ਉਹ ਸਾਰਾ ਹੀ ਜਿਹੜਾ ਵਾ ਇੱਕੋ ਵਾਰੀ ਜਿਵੇਂ ਪਾਟਦਾ ਹੁੰਦੀ ਕੋਈ ਵਸਤੂ ਪਾਏ ਪਾਦਕ, ਐਂ ਸਾਰੇ ਸਰੀਰ ਵਿੱਚ ਤੇੜ ਪਈ। ਉਹ ਸਾਰਾ ਹੀ ਸੱਪ ਜਿਹਾ ਜਿਹੜਾ ਹੈ ਪਾਟ ਖਲੋਤਾ। ਵਿੱਚੋਂ ਛੋਟੇ ਛੋਟੇ ਕਿੰਨੇ ਕੀੜੇ ਜਿਹੜੇ ਵਾ ਨਿਕਲ ਨਿਕਲ ਕੇ ਝਾੜੀਆਂ ਨੂੰ ਵੜੇ। ਸਿੱਖ ਗੁਰੂ ਹਰਗੋਬਿੰਦ ਰਾਏ ਮਹਾਰਾਜ ਨੂੰ ਪੁੱਛਦੇ ਆ ਵੀ ਮਹਾਰਾਜ ਜੀ ਕੀ ਕੌਤਕ ਆਪ ਜੀਆਂ ਵਰਤਾਇਆ ਵੀ ਇਹ ਇੰਨੇ ਕੀੜੇ ਸੱਪ ਨੂੰ ਪਏ ਹੋਏ ਫਿਰ ਵੀ ਜਿਉਂਦਾ ਫਿਰਦਾ। ਗੁਰੂ ਹਰਗੋਬਿੰਦ ਰਾਏ ਜੀ ਮਹਾਰਾਜ ਕਹਿੰਦੇ, ਭਾਈ ਸਿੱਖੋ, ਪਿਛਲੇ ਜਨਮ ਦੇ ਵਿੱਚ ਜਿਹੜਾ ਵਾ ਪਖੰਡੀ ਸਾਧ ਸੀਗਾ, ਔਰ ਇਹਦੇ ਜਿੰਨੇ ਕੀੜੇ ਪਏ ਹੋਏ ਨਾ ਸਾਰੇ ਇਸੇ ਦੀ ਚੇਲੇ ਵਾ। ਇਹ ਲੋਕਾਂ ਤੋਂ ਪੂਜਾ ਦਾ ਧਨ ਖਾਂਦਾ ਸੀਗਾ, ਤੇ ਜਿਹੜੇ ਚੇਲੇ ਸੀ ਕਹਿੰਦਾ ਮੈਂ ਤੁਹਾਨੂੰ ਪਾਰ ਲਾਵਾਂਗਾ, ਮੁਕਤੀ ਦਿਵਾਵਾਂਗਾ। ਗਾਂ ਪਰਮੇਸ਼ਰ ਦੇ ਲੜ ਲਾਉਂਦਾ ਨਹੀਂ, ਆਪਦੇ ਹੀ ਪੈਰ ਪੁਜਾਉਂਦਾ ਸੀ ਇਹਨਾਂ ਪਾਸੋਂ। ਤੇ ਜਿੰਨੇ ਲੋਕਾਂ ਨੂੰ ਚੇਲਿਆਂ ਨੂੰ ਇਹਨੇ ਆਪਦੇ ਲੜ ਲਾਇਆ ਹੋਇਆ ਸੀ ਵੀ ਮੈਂ ਤੁਹਾਨੂੰ ਮੁਕਤੀ ਦਿਵਾਵਾਂਗਾ, ਪਾਰ ਲੰਘਾਵਾਂਗਾ, ਇਹ ਸਾਰੇ ਚੇਲੇ ਚਾਟੜੇ ਇਸ ਦੀ ਕਮਾਈ ਖਾਂਦੇ ਸੀ। ਬਾਹਰੋਂ ਜਿਹੜਾ ਵਾ ਉਹ ਪੈਰ ਆਦਿਕ ਜਿਹੜੇ ਚਰਨ ਪੁਜਾਉਂਦਾ ਸੀ ਲੋਕਾਂ ਪਾਸੋਂ, ਉਹ ਸਾਰੀ ਮਾਇਆ ਜਿਹੜੀ ਵਾ ਰਲ ਮਿਲ ਕੇ ਇਹ ਖਾਈ ਜਾਂਦੇ ਸੀ। ਇਹਦੇ ਲੜ ਜੂ ਲੱਗੇ ਹੋਏ, ਤੇ ਇਹ ਤਾਂ ਆਪਣੀ ਵਿਚਾਰੇ ਦੀ ਕਲਿਆਣ ਹੋਈ ਕੱਚਾ ਸੀਗਾ। ਤੇ ਇਹ ਜਿੰਨੇ ਚੇਲੇ ਸੀਗੇ ਇਹਦੇ ਲੜ ਲੱਗੇ ਹੋਣ ਕਰਕੇ ਫਿਰ ਇਹ ਕੱਚਾ ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਇਹ ਕੱਚਾ ਹੋਣ ਕਰਕੇ ਫਿਰ ਸੱਪ ਦੀ ਜੂਨੀ ਨੂੰ ਗਿਆ। ਔਰ ਆ ਵੇਖੋ ਫਿਰ ਜਿੰਨੇ ਸੀ ਉਹ ਚੇਲੇ, ਉਹਨਾਂ ਕਿੱਧਰ ਜਾਣਾ ਸੀ, ਇਹਦੇ ਲੜ ਜੂ ਲੱਗੇ ਸੀ, ਸਾਰੇ ਹੀ ਕੀੜੇ ਬਣ ਬਣ ਫਿਰ ਇਸੇ ਨੂੰ ਪਏ। ਜਿਵੇਂ ਪਹਿਲੇ ਜਾਮੇ ਦੇ ਵਿੱਚ ਇਹ ਇਸ ਤੋਂ ਪੂਜਾ ਦਾ ਧਨ ਖਾਂਦੇ ਸੀ ਲੈ ਲੈ ਕੇ, ਹੁਣ ਉਹ ਤਾਂ ਰੀਤ ਹੈ ਨਹੀਂ, ਹੁਣ ਇਸੇ ਦਾ ਮਾਸ ਖਾਂਦੇ ਆ।
ਇਹ ਮੂੰਹ ਰਾਹੀਂ ਜੋ ਵੀ ਕੁਝ ਛਕਦਾ ਛਕਾਉਂਦਾ, ਇਹਦੇ ਪੇਟ ਵਿੱਚ ਪਏ ਹੋਏ ਕੀੜੇ ਉਹ ਸਾਰਾ ਕੁਝ ਇਹਦਾ ਖਾ ਰਹੇ ਵੈ। ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਸ਼ੁਭਾਏਮਾਨ ਹੈ। ਤੋ ਇਸੇ ਤਰ੍ਹਾਂ ਜਿਹੜੇ ਖਾਲਸਾ ਜੀ ਕੋਈ ਗੁਰੂ ਕੱਚਾ ਹੋਵੇ, ਉਹਦੇ ਲੜ ਲੱਗੇ ਹੋਇਆਂ ਦੀ ਫਿਰ ਜਦੋਂ ਇਹਦੀ ਕਲਿਆਣ ਨਾ ਹੋਵੇ, ਜਿਹੜੇ ਜਹਾਜ਼ ਤੇ ਚੜੇ ਹੁੰਦੇ ਆ, ਫਿਰ ਉਹ ਸਵਾਰੀਆਂ ਉਧਰ ਹੀ ਜਾਂਦੀਆਂ ਜਿੱਧਰ ਗਈਆਂ ਬੇੜੀਆਂ, ਉਥੇ ਗਏ ਮਲਾਹ। ਤੋ ਇੱਥੇ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਿਰਪਾ ਕਰਕੇ ਦੱਸਦੇ ਆ, ਸ੍ਰੀ ਅਮਰਦਾਸ ਜੀ, ਅਸੀਂ ਜਿਹੜਾ ਵਾ ਇਹ ਜਦੋਂ ਸ਼ੰਕਾ ਗ੍ਰਹਿਣ ਕਰ ਗਏ, ਇਹਦਾ ਦੋਸ਼ ਗੁਰੂ ਨੂੰ ਲੱਗਦਾ ਜੇ ਚੇਲੇ ਦਾ ਭਰਮ ਨਾ ਜਾਵੇ ਤੇ। ਇਸ ਕਰਕੇ ਅਸੀਂ ਇਹ ਕੌਤਕ ਵਰਤਾ ਕੇ ਵਿਖਾਇਆ ਹੈ। ਸਭਿਨ ਮਨ ਸ਼ੰਕਾ ਮਲ ਧਾਰੀ, ਕਿਉਂਕਿ ਜਿਹੜੀ ਇਹਨਾਂ ਦੇ ਹਿਰਦੇ ਵਿੱਚ ਸ਼ੰਕਾ ਰੂਪੀ ਮੈਲ ਸਿੱਖਾਂ ਦੇ ਲੱਗ ਚੁੱਕੀ ਸੀ, ਇਹੋ ਕ੍ਰਿਤ ਕਰ ਜਲ ਸਾਥ ਪਖਾਰੀ। ਇਹ ਅਸੀਂ ਜਿਹੜੀ ਵੇ ਨਾ ਆ ਕੌਤਕ ਜਲ ਰੂਪੀ ਕੌਤਕ ਦੇ ਨਾਲ ਸਾਰੀ ਧੋ ਸੁੱਟੀ ਆ। ਹੁਣ ਇਹਨਾਂ ਦੇ ਮਨ ਵਿੱਚ ਕੋਈ ਸ਼ੰਕਾ ਨਹੀਂ ਰਹਿਆ ਵੀ ਗੁਰੂ ਨਾਨਕ ਪਾਤਸ਼ਾਹ ਤੇ ਸ੍ਰੀ ਅੰਗਦ ਦੇਵ ਜੀ ਦੇ ਵਿੱਚ ਭੇਦ ਫਰਕ ਹੈ। ਮਮ ਸੰਗਤ ਤੇ ਸਿੱਖ ਸੁਖ ਪਾਵਹਿ, ਤਾਂ ਕਿ ਸਾਡੀ ਸੰਗਤ ਕਰਕੇ ਇਹ ਸਾਰੇ ਸਿੱਖ ਜਿਹੜੇ ਵੈ ਲੋਕ ਪਰਲੋਕ ਸੁਖ ਪ੍ਰਾਪਤ ਕਰਨ। ਬਿਨਾ ਸ਼ਰਧਾ ਸੋ ਹਾਥ ਨ ਆਵਹਿ, ਕਿਉਂਕਿ ਇਹ ਸ੍ਰੀ ਅਮਰਦਾਸ ਜੀ ਸ਼ਰਧਾ ਤੋਂ ਬਿਨਾਂ ਕਿਸੇ ਦੇ ਵੀ ਹੱਥ ਪੱਲੇ ਕੁਝ ਨਹੀਂ ਆਉਂਦਾ। ਜਿੰਨੀ ਮਰਜ਼ੀ ਕੋਈ ਸੇਵਾ ਕਰੇ, ਨਾਮ ਜਪੇ, ਅਰਦਾਸਾਂ ਬੇਨਤੀਆਂ ਕਰੇ, ਜਿੰਨੇ ਮਰਜ਼ੀ ਲੰਮਾ ਸਮਾਂ ਜਪ ਤਪ ਕਰੇ, ਸ਼ਰਧਾ ਤੋਂ ਹੀਣੇ ਦੇ ਕਦੇ ਕੁਝ ਵੀ ਪੱਲੇ ਨਹੀਂ ਪੈਂਦਾ ਹੈ। ਬਿਗਸ ਬਦਨ ਤੇ ਬਾਹਰ ਬਖਾਨੀ, ਤੇ ਇਉਂ ਹੱਸੇ ਆ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਮੁਖੋਂ। ਸੁਣ ਪੁਰਖਾ ਤੂੰ ਪੂਰਨ ਗਿਆਨੀ, ਤੇ ਹੱਸਦੇ ਹੋਏ ਆਖਦੇ ਵੈ ਸ੍ਰੀ ਅਮਰਦਾਸ ਜੀ, ਤੁਸੀਂ ਪੂਰਨ ਬ੍ਰਹਮ ਗਿਆਨੀ ਹੋ। ਇਹੋ ਜਗ ਸਲਿਤਾ ਕੋ ਸੋ ਪ੍ਰਵਾਹ, ਤੇ ਜਿਹੜਾ ਇਹ ਸੰਸਾਰ ਹੈ ਇਹ ਨਦੀ ਦੇ ਪ੍ਰਵਾਹ ਵਰਗਾ, ਨਦੀ ਦੇ ਵਹਿਣ ਵਰਗਾ ਹੈ। ਚੱਲਿਓ ਜਾਤ ਪਨ ਪੂਰਨ ਆਹਾ, ਜਿਵੇਂ ਚੱਲੀ ਜਾਂਦੀ ਹੈ ਨਦੀ ਤੇ ਮਗਰੋਂ ਅਗਲੀ ਲੰਘ ਜਾਂਦੀ ਤੇ ਪਿੱਛੇ ਫੇਰ ਭਰੀ ਆਉਂਦੀ ਹੈ ਨਾ, ਇਸੇ ਤਰ੍ਹਾਂ ਇਹ ਪਾਣੀ ਦੀ ਨਿਆਈ ਸਰੀਰ ਆ, ਸੰਸਾਰ ਨਦੀ ਹੈ। ਉਹ ਅਗਲੇ ਸਰੀਰ ਤੁਰੇ ਜਾਂਦੇ ਆ, ਮਗਰ ਫੇਰ ਪੂਰ ਦੇ ਪੂਰ ਭਰੇ ਆਉਂਦੇ ਹਨ। ਜਲ ਤਰੰਗ ਜਿਉ ਚੱਲਹਿ ਸਮਾਵੈ, ਜਿਵੇਂ ਜਲ ਦੀਆਂ ਲਹਿਰਾਂ ਉੱਠ ਪੈਂਦੀਆਂ ਨੇ, ਫੇਰ ਜਲ ਵਿੱਚ ਵੜ ਜਾਂਦੀਆਂ, ਫੇਰ ਉੱਠਦੀਆਂ ਛੱਲਾਂ ਫੇਰ ਪਾਣੀ ਵਿੱਚ ਹੀ ਸਮਾ ਜਾਂਦੀਆਂ ਹਨ। ਹੈ ਜਲ ਜਲ ਤੇ ਭਿੰਨ ਦਿਖਾਵੈ, ਹੁੰਦਾ ਜਾਲੀ ਆ ਲਹਿਰਾਂ ਵਿੱਚ, ਪਰ ਇੱਕ ਵਾਰੀ ਥੋੜਾ ਜਿਹਾ ਵੱਖਰਾ ਪ੍ਰਤੀਤ ਹੁੰਦਾ ਛੱਲਾਂ ਦੇ ਕਾਰਨ। ਸੰਤ ਦ્વੈਤ ਤਿਮ ਨਾਹਿ ਨ ਮਾਨੇ, ਪਰ ਜਿਹੜੇ ਸੰਤ ਇਸੇ ਤਰ੍ਹਾਂ ਹੀ ਇਹ ਸੰਸਾਰ ਹੈ ਸ੍ਰੀ ਅਮਰਦਾਸ ਜੀ, ਲਹਿਰਾਂ ਦੀ ਨਿਆਈ ਸਰੀਰ ਪੈਦਾ ਹੋ ਰਹੇ ਹੈ ਤੇ ਬ੍ਰਹਮ ਰੂਪੀ ਜਿਹੜਾ ਇਹ ਜਲ ਹੈ, ਤੋ ਇਹ ਸੰਸਾਰ ਰੂਪੀ ਜਿਹੜਾ ਵਾ ਇਹਦੇ ਵਿੱਚ ਭਰਿਆ ਹੋਇਆ ਹੈ। ਸ਼ੁਭ ਅਸ਼ੁਭ ਕਿਨਾਰੇ ਕਹਿ ਲਓ, ਇਹਦੇ ਵਿੱਚ ਜਿਹੜਾ ਨਾ ਇਹ ਬ੍ਰਹਮ ਰੂਪੀ ਜਲ ਭਰਿਆ ਹੋਇਆ ਵਾ ਤੇ ਲਹਿਰਾਂ ਦੀ ਨਿਆਈ ਇਹ ਜੀਵ ਤੇ ਆ ਸੰਸਾਰ ਭਾਸਦਾ ਵੱਖਰਾ, ਪਰ ਹੈ ਬ੍ਰਹਮ ਦਾ ਰੂਪ ਹੀ। ਕਦੇ ਜੀਵ ਜਿਹੜੇ ਆ ਉਹ ਉੱਠ ਪੈਂਦੇ ਵਾ, ਜੰਮ ਪੈਂਦੇ ਵਾ, ਮਰ ਕੇ ਫੇਰ ਉੱਥੇ ਹੀ ਚਲੇ ਜਾਂਦੇ, ਜਿਵੇਂ ਜਲ ਤੇ ਉਬਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਜਿਹੜੇ ਕੋਈ ਤਤ ਬੇਤੇ ਬ੍ਰਹਮ ਗਿਆਨੀ ਆਤਮ ਗਿਆਤੇ ਹੁੰਦੇ ਆ, ਉਹ ਇਹਨਾਂ ਦੇ ਵਿੱਚ ਨਹੀਂ ਪੈਂਦੇ ਹਨ। ਉਹ ਇਹ ਦ્વੈਤ ਨੂੰ ਨਹੀਂ ਜਾਣਦੇ ਹਨ, ਨਹੀਂ ਮੰਨਦੇ। ਭਾਵ ਸਰੀਰਾਂ ਵਿੱਚ ਵੀ ਸਭ ਪਾਸੇ ਪਰਮੇਸ਼ਰ ਦਾ ਹੀ ਵਾਸਾ ਮੰਨਦੇ, ਪਰਮੇਸ਼ਰ ਨੂੰ, ਸਰੀਰਾਂ ਨੂੰ ਜਾਂ ਇਹ ਸਾਰੀ ਕਾਇਨਾਤ ਨੂੰ ਵੱਖਰਾ ਨਹੀਂ ਮੰਨਦੇ। ਇੱਕੋ ਹੀ ਰਾਮ ਪਰਮੇਸ਼ਰ ਦਾ ਹੀ ਰੂਪ ਜਾਣਦੇ ਆ। ਆਤਮ ਪਰਮਾਤਮ ਇੱਕ ਜਾਣੇ, ਉਹ ਪਰਮਾਤਮਾ ਤੇ ਆਤਮਾ ਨੂੰ ਇੱਕੋ ਹੀ ਜਾਣਦੇ ਹਨ। ਜਿਮ ਜਲ ਬਿਖੈ ਬੁੱਧ ਬੁਧਾ ਹੋਏ, ਇਹ ਸ੍ਰੀ ਅਮਰਦਾਸ ਜੀ ਪਾਣੀ ਦੇ ਵਿੱਚ ਕੋਈ ਬੁੱਧ ਬੁੱਧਾ ਬੁਲਬੁਲਾ ਉੱਠ ਖੜਾ ਹੁੰਦਾ ਹੈ। ਜਨਮ ਮਰਨ ਦੋਹਿਨ ਇਮ ਜੋਏ, ਤੇ ਇਹ ਜੰਮਣ ਤੇ ਮਰਨ ਦੋਵੇਂ ਜਿਹੜੇ ਤਤ ਬੇਤੇ ਉਹ ਇਸੇ ਤਰ੍ਹਾਂ ਜਾਣਦੇ ਵਾ। ਜਿਵੇਂ ਬੁਲਬੁਲਾ ਸਾਧ ਸੰਗ ਜੀ ਪੈਦਾ ਹੁੰਦਾ, ਬੁਲਬੁਲਾ ਪੈਦਾ ਹੋਣ ਤੋਂ ਪਹਿਲਾਂ ਵੀ ਪਾਣੀ ਸੀਗਾ, ਜਦੋਂ ਪੈਦਾ ਹੋਇਆ ਉਦੋਂ ਵੀ ਪਾਣੀ ਹੈ, ਉਹਦੇ ਵਿੱਚ ਹਵਾ ਤੇ ਪਾਣੀ ਮਿਲਿਆ ਹੋਇਆ। ਜਦੋਂ ਹਵਾ ਦੀ ਗੰਢ ਖੁੱਲੀ, ਬੁਲਬੁਲਾ ਜਿਹੜਾ ਭੱਜਦਾ ਵੈ, ਉਦੋਂ ਬਾਅਦ ਵਿੱਚ ਵੀ ਪਾਣੀ, ਪਹਿਲਾਂ ਵੀ ਪਾਣੀ, ਬਣੇ ਤੇ ਵੀ ਪਾਣੀ ਤੇ ਬਾਅਦ ਵਿੱਚ ਵੀ ਪਾਣੀ ਹੈ। ਇਹ ਸਰੀਰਾਂ ਦੇ ਖਾਲਸਾ ਜੀ ਪੰਜ ਤੱਤਾਂ ਦੇ ਜਿਹੜੇ ਵੈ ਇਹ ਸਰੀਰ ਬਣੇ ਹੋਏ। ਪੰਜ ਤੱਤ ਕੀ ਵੈ? ਪਰਮੇਸ਼ਰ ਦੇ ਹੀ ਅੰਸ਼ ਵੰਸ਼ ਹੈ ਨਾ, ਪਰਮੇਸ਼ਰ ਦੇ ਬਣਾਏ ਹੋਏ ਰੂਪ, ਪਰਮੇਸ਼ਰ ਦੇ ਵਿੱਚੋਂ ਹੀ ਇਹ ਬਣੇ ਹੋਏ ਪੰਜੇ ਤੱਤ ਹਨ। ਪੰਜਾਂ ਤੱਤ ਜਿਹੜੇ ਵੈ ਉਹ ਸਰੀਰ ਬਣਦਾ ਪੰਜਾਂ ਤੱਤਾਂ ਦਾ, ਮਾਨੋ ਬੁਲਬੁਲਾ ਬਣ ਗਿਆ ਹੈ। ਤੇ ਪਹਿਲਾਂ ਸਰੀਰ ਕੀ ਸੀਗਾ? ਉਦੋਂ ਵੀ ਖਾਲਸਾ ਜੀ ਆਤਮਾ ਜਾਂ ਜੀਵ ਜਿਹੜਾ ਪਹਿਲਾਂ ਵੀ ਬ੍ਰਹਮ ਸੀਗਾ। ਸਰੀਰ ਜਦੋਂ ਹੈ ਅਗਿਆਨ ਕਰਕੇ ਭੁੱਲਿਆ ਹੀ ਹੋਇਆ, ਪਰ ਹੈ ਉਦੋਂ ਵੀ ਬ੍ਰਹਮ ਜਦੋਂ ਸਰੀਰ ਦੀ ਉਪਾਧੀ ਧਾਰੀ ਹੋਈ ਹੈ। ਜਦੋਂ ਇਹ ਸਰੀਰ ਨਹੀਂ ਰਹੇਗਾ ਖਾਲਸਾ ਜੀ, ਉਦੋਂ ਵੀ ਜਿਹੜਾ ਵੈ ਉਹ ਜੀਵ ਬ੍ਰਹਮ ਹੋਵੇਗਾ। ਪਹਿਲਾਂ ਵੀ ਸੀ, ਹੁਣ ਵੀ ਹੈ,
ਔਰ ਬਾਅਦ ਵਿੱਚ ਵੀ ਜੀਵ ਬ੍ਰਹਮੀ ਹੋਵੇਗਾ। ਇਹ ਕਹਿੰਦੇ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਹੀ ਅਮਰਦਾਸ ਜੀ, ਇਹ ਦਵੈਤ ਵਿੱਚ ਸੰਤ ਨਹੀਂ ਪੈਂਦੇ ਵੈ। ਉਹ ਤਾਂ ਪਹਿਲਾਂ ਵੀ ਸਰੀਰ ਨੂੰ ਪਰਮੇਸ਼ਰ ਜਾਂ ਜੀਵਾਂ ਨੂੰ ਪਰਮੇਸ਼ਰ, ਜੀਵ ਨੂੰ ਆਪਦੇ ਆਪੇ ਨੂੰ ਪਹਿਲਾਂ ਵੀ ਪਰਮੇਸ਼ਰ, ਸਰੀਰ ਦੀ ਉਪਾਧੀ ਧਾਰਨ ਕਰਕੇ ਵੀ ਪਰਮੇਸ਼ਰ ਮੰਨਦੇ ਵੈ, ਤੇ ਬਾਅਦ ਵਿੱਚ ਵੀ ਬਿਨਸਣ ਤੋਂ ਬਾਅਦ ਵੀ ਪਰਮੇਸ਼ਰ ਵਿੱਚ ਹੀ ਲੀਨ ਹੋਇਆ ਮੰਨਦੇ ਆ। ਪੱਤਰ ਪੁਰਾਤਨ ਤਰਕੇ ਗਿਰੈ, ਜਿਵੇਂ ਕਿਸੇ ਰੁੱਖ ਦੇ ਪੱਤੇ ਜਦੋਂ ਪੁਰਾਣੇ ਹੋ ਜਾਂਦੇ ਆ ਤੇ ਝੜਨ ਲੱਗਦੇ ਹਨ, ਬਹਰ ਨ ਜੁਰੈ ਨਏ ਲਗ ਪਰੈ, ਤੇ ਬਾਅਦ ਵਿੱਚ ਪੱਤੇ ਜੁੜਦੇ ਨਹੀਂ, ਫੇਰ ਉਹ ਪੱਤਰ ਪੁਰਜੇਨ ਝੜੀਆਂ ਜੜੀਆਂ ਪੇੜ ਸੰਪਦਾ। ਇੱਕ ਵਾਰੀ ਪੱਤਾ ਝੜ ਜਾਂਦਾ ਫਿਰ ਜੁੜਦਾ ਨਹੀਂ ਹੈ, ਨਵੇਂ ਆ ਜਾਂਦੇ ਆ। ਤਥਾ ਸ਼ਰੀਰ ਜਰਜਰੀ ਹੋਏ, ਇਸੇ ਤਰ੍ਹਾਂ ਸ਼੍ਰੀ ਅਮਰਦਾਸ ਜੀ ਜਿਹੜੇ ਸਰੀਰ ਵਾ ਬੁੱਢੇ ਹੁੰਦੇ ਆ, ਉਹ ਪੱਤੇ ਜਿਹੜੇ ਵਾ ਜਿਵੇਂ ਪੁਰਾਣੇ ਹੁੰਦੇ ਆ ਨਾ, ਪੱਤੇ ਪੀਲੇ ਪੈਂਦੇ ਵਾ। ਇਹ ਪੀਲੇ ਹੋਣ ਦੀ ਨਿਆਈ ਕੀ ਸਰੀਰ ਪੱਤਾ ਵਾ, ਤੇ ਪੀਲਾਪਣ ਕੀ ਉਹ ਬੁਢਾਪਾ ਹੈ, ਬੁੱਢੇ ਜਦੋਂ ਹੁੰਦੇ ਸਰੀਰ। ਮਰਤ ਨ ਏ ਉਪਜਹ ਜਗ ਸੋਏ, ਮਰਤ ਤੇ ਨਏ ਇਹ ਪਾਠ ਨਨਾ ਨਾਲ ਵੈ। ਤੋ ਮਰਤ ਨਏ ਜਦੋਂ ਮਰ ਜਾਂਦੇ ਵੈ, ਤੇ ਨਏ ਉਪਜਹ ਜਗ ਜੋਏ, ਜਗ ਵਿੱਚ ਜੋਏ ਦੇਖੇ ਜਾਂਦੇ ਵੈ। ਪਹਿਲਾਂ ਮਰ ਜਾਂਦੇ ਵੈ, ਜਿਵੇਂ ਪੱਤਾ ਝੜਦਾ ਨਵੇਂ ਲੱਗ ਜਾਂਦੇ ਆ। ਪੁਰਾਣੇ ਸਰੀਰ ਉਹ ਚੜਾਈ ਕਰੀ ਜਾਂਦੇ ਆ, ਤੇ ਪੱਤੇ ਨਵੇਂ ਦੀ ਨਿਆਈ ਨਵੇਂ ਸਰੀਰ ਫੇਰ ਪੈਦਾ ਹੋ ਜਾਂਦੇ ਆ। ਜਗਤ ਅਨਾਦ ਕਾਲ ਕੋ ਐਸੇ, ਸ੍ਰੀ ਅਮਰਦਾਸ ਜੀ ਜਾਨੋ ਇਹ ਸੰਸਾਰ ਅਨ ਨਹੀਂ ਹੈ ਜਿਹਦਾ ਕੋ ਮੁੱਢ ਬੜੇ ਹੀ ਸਮੇਂ ਤੋਂ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ। ਚੱਲਿਓ ਆਏ ਜਿਹ ਪਾਰ ਨ ਕੈਸੇ, ਤੇ ਇਹਦਾ ਕੋਈ ਪਾਰਾਵਾਰ ਨਹੀਂ ਹੈ ਕਿਸੇ ਤਰ੍ਹਾਂ ਵੀ। ਐਂ ਹੀ ਸੰਸਾਰ ਪੁਰਾਣੇ ਮਰੀ ਜਾਂਦੇ ਵੇ, ਨਵੇਂ ਜੰਮੀ ਜਾਂਦੇ ਹਨ। ਅਬ ਤੁਮ ਸਭ ਨੇ ਮੋਹੇ ਪਿਛਾਰੀ, ਇਸ ਪ੍ਰਕਾਰ ਫਿਰ ਹੁਣ ਤੁਸੀਂ ਜਦੋਂ ਸਾਡੇ ਸੱਚਖੰਡ ਜਾਣ ਦੇ ਪਿੱਛੋਂ ਕਰਹੁ ਨਾ ਸ਼ੋਕ ਮੋਹ ਕੋ ਟਾਰੀ, ਕੋਈ ਨਾ ਸ਼ੋਕ ਕਰਿਆ ਜੇ, ਸਭ ਜਿਹੜਾ ਵਾ ਮੋਹ ਨੂੰ ਟਾਲ ਕਰਕੇ ਕੋਈ ਵੀ ਦੁੱਖ ਨਾ ਮਨਾਵੇ। ਮੰਗਲ ਨਾਨਾ ਭਾਂਤ ਕਰੀਜੈ, ਸਗੋਂ ਸਾਡੇ ਸੱਚਖੰਡ ਜਾਣ ਤੇ ਨਾਨਾ ਤਰ੍ਹਾਂ ਦੀਆਂ ਖੁਸ਼ੀਆਂ ਖੇੜੇ ਕੀਤੇ ਜਾਣ। ਸ਼ਬਦ ਕੀਰਤਨ ਪਠਾ ਸੁਨੀਜੈ, ਸ਼ਬਦ ਦਾ ਕੀਰਤਨ ਕੀਤਾ ਜਾਵੇ, ਸੁਣਿਆ ਜਾਵੇ। ਕੋਈ ਕੀਰਤਨ ਪੜ੍ਹੇ, ਸ਼ਬਦ ਪੜ੍ਹੇ, ਕੀਰਤਨ ਪੜ੍ਹੇ। ਜਿਹੜੇ ਨਹੀਂ ਪੜ੍ਹ ਸਕਦੇ ਉਹ ਸੁਣਨਾ ਕਰਨਾ। ਦੋਨਾਂ ਪੁੱਤਰ ਆਏ ਤਿਸ ਕਾਲਾ, ਤੇ ਇਹ ਮਹਾਰਾਜ ਬਚਨ ਕਰ ਰਹੇ ਸੀ ਸ੍ਰੀ ਅਮਰਦਾਸ ਜੀ ਦੇ ਸੰਗ, ਤੇ ਧੰਨ ਬਾਬਾ ਦਾਸੂ ਜੀ ਤੇ ਦਾਤੂ ਜੀ ਆਣ ਪਹੁੰਚੇ ਆ। ਪਰੇ ਚਰਨ ਅਰਬਿੰਦ ਕਿਰਪਾਲਾ, ਦੋਹੇ ਪੁੱਤਰ ਮਹਾਰਾਜ ਦੇ ਚਰਨੀ ਆਣ ਪਏ ਹਨ। ਦਇਆ ਧਾਰ ਵਿਵਹਾਰ ਬਤਾਵਹ, ਕਿਰਪਾ ਦੇ ਘਰ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਹੈ, ਗੁਰਪਿਤਾ ਜੀ ਸਾਡੇ ਤੇ ਵੀ ਦਇਆ ਕਰੋ ਤੇ ਸਾਨੂੰ ਦੱਸਣਾ ਕਰੋ ਜਿਮ ਪਿੱਛੇ ਹਮ ਕਰਹਿ ਜਨਾਵਹ, ਵੀ ਸਾਨੂੰ ਵਿਹਾਰਕਾਰ ਦੱਸੋ ਵੀ ਤੁਹਾਡੇ ਪਿੱਛੋਂ ਮਰਜ ਕਿਵੇਂ ਅਸੀਂ ਜਿਹੜਾ ਵਾ ਅੰਤਮ ਕਿਰਿਆ ਦਾ ਕਾਰ ਵਿਹਾਰ ਕਰੀਏ। ਜਗਤ ਰੀਤ ਅਰ ਕੁਲ ਆਚਾਰ, ਵੀ ਜਿਹੜੀ ਸੰਸਾਰ ਦੇ ਵਿੱਚ ਰੀਤੀ ਬਣੀ ਆਉਂਦੀ ਹੈ ਪਹਿਲਾਂ ਤੋਂ ਉਹ ਕਰੀਏ, ਕਿ ਜਿਹੜੇ ਆਪਣੀ ਕੁੱਲ ਕੋਈ ਤ੍ਰਿਣਾ ਦੀ ਕੁੱਲ ਦਾ ਕੋਈ ਪਿਛਲਾ ਜਿਵੇਂ ਉਹ ਵਿਹਾਰ ਬਣਿਆ ਹੋਇਆ ਹੈ। ਜੈਸੇ ਆਇਓ ਹੋਤ ਅਗਾਰ, ਵੀ ਜਿਵੇਂ ਪਹਿਲਾਂ ਪਿੰਡ ਭਰਾਉਣੇ, ਪੱਤਲ, ਦੀਵਾ ਇਤਿਆਦਿਕ ਕਿਰਿਆ, ਇਹ ਸਾਰੇ ਜਿਹੜੇ ਅਸੀਂ ਕੁੱਲ ਦੀ ਰੀਤੀ ਅਨੁਸਾਰ ਉਹ ਕਰੀਏ, ਕਿ ਜਿਹੜੀ ਜਗ ਦੀ ਰੀਤ ਬਣੀ ਵਾ ਉਹ ਕਰਨਾ ਕਰੀਏ। ਕੀ ਕਰੀਏ ਤੁਹਾਡੇ ਅੰਤਮ ਜਿਹੜੀ ਵਾ ਕਿਰਿਆ ਹੈ। ਸੁਨ ਸ਼੍ਰੀ ਸਤਿਗੁਰ ਬਾਕ ਉਚਾਰੇ, ਸੁਣ ਕੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਪੁੱਤਰਾਂ ਤਾਈਂ ਬੋਲਦੇ ਆ। ਜਗ ਅਰ ਕੁਲ ਕੇ ਜਿਤਕ ਆਚਾਰੇ, ਇਹ ਸਾਡੇ ਪੁੱਤਰੋ ਜਿਹੜੇ ਸੰਸਾਰ ਦੀ ਰੀਤੀ ਕੋਈ ਬਣੀ ਹੈ ਨਾ, ਔਰ ਜਾਂ ਜਿਵੇਂ ਕੋਈ ਕੁਲ ਦੀ ਜਿਹੜੀ ਵਾ ਰੀਤੀ ਕੋਈ ਮਰਿਆਦਾ ਬਣੀ ਹੈ, ਹਮਰੇ ਹੇਤ ਨਹੀਂ ਕੁਛ ਕਰਨਾ, ਸਾਡੇ ਵਾਸਤੇ ਸਾਡੇ ਪ੍ਰਥਾਏ ਕੋਈ ਨਹੀਂ ਕਰਨੀ। ਆ ਪਿੰਡ ਭਰਾਉਣੇ, ਪਤਲਾ ਕੜਾ ਜਾ ਰੋੜਨਾ, ਡੂਣੀਆਂ ਰੋੜਨੀਆਂ, ਕਾਨੇ ਰੱਖਣੇ, ਜਿਹੜੇ ਇਤਿਹਾਸਕ ਜਿਹੜੀਆਂ ਇਹ ਰੀਤਾਂ ਬਣੀਆਂ ਹੋਈਆਂ ਉਹ ਛਾਂਦੇ ਕੱਢਣੇ, ਉਹ ਸ਼ਮਸ਼ਾਨ ਵਿੱਚ ਜਾ ਕੇ ਉਹ ਗੁੱਲੀਆਂ ਕੱਢਣੀਆਂ, ਇਤਿਹਾਸਕ ਜੋ ਵੀ ਹੈ ਇਹੋ ਜੀ ਕੋਈ ਵੀ ਰੀਤ ਮਰਿਆਦਾ ਸਾਡੇ ਪ੍ਰਥਾਏ ਨਾ ਕੀਤੀ ਜਾਵੇ। ਤੀਰਤ ਪਾਠ ਸੁਨ ਨਾਮ ਸਿਮਰਨਾ, ਔਰ ਕਰਨਾ ਕੀ ਵੈ ਸਾਡੇ ਸੱਚਖੰਡ ਜਾਣੇ ਮਗਰੋਂ ਕੀਰਤ ਕਰਨੀ ਹੈ ਪਰਮੇਸ਼ਰ ਦੀ ਵਡਿਆਈ। ਨਾਮ ਸੁਣਨਾ ਹੈ ਤੇ ਨਾਮ ਦਾ ਜਾਪ ਕਰਨਾ ਹੈ। ਕਰਹਾ ਆਨੰਦ ਮੰਗਲਾਚਾਰਾ, ਤੇ ਆਨੰਦ ਕਰਨੇ ਵੈ ਮੰਗਲਾਚਾਰ, ਖੁਸ਼ੀਆਂ ਖੇੜੇ, ਗੁਰਬਾਣੀ ਗਾਉਣੀ, ਗੁਰਬਾਣੀ ਪੜ੍ਹਨੀ, ਕੋਈ ਦੁੱਖ ਨਾ ਮਨਾਵੇ, ਰੋਵੇ ਨਾ। ਦੇਹੋ ਸਰੀਰ ਅਗਨ ਸੰਸਕਾਰਾ, ਤੇ ਸਾਡੀ ਦੇਹੀ ਨੂੰ ਦਫਨਾਉਣਾ ਆਦਿਕ ਨਹੀਂ ਹੈ ਭਾਈ, ਇਹਦਾ ਦਾਹ ਸੰਸਕਾਰ ਕਰਨਾ ਹੈ। ਪੁਨ ਪੁੱਤਰਨ ਕੋ ਸੰਗਤ ਸਾਥ, ਤੇ ਇਉਂ ਫਿਰ ਮਹਾਰਾਜ ਜੀਆਂ ਨੇ ਸਮੇਤ ਸੰਗਤ ਤੇ ਆਪਣੇ ਦੋਹਾਂ ਪੁੱਤਰਾਂ ਦੇ ਕਹਿ ਸ਼੍ਰੀ ਅਮਰ ਗਹਾਇਓ ਹਾਥ, ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੱਥ ਦੇ ਦਿੱਤਾ। ਪੁੱਤਰਾਂ ਨੂੰ ਵੀ
ਤੇ ਸਾਰੀ ਸੰਗਤ ਦੀ ਕਲਿਆਣ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੱਥ ਦੇ ਦਿੱਤੀ ਹੈ। ਸਭਿਨ ਕੋ ਉਪਦੇਸ਼ ਦ੍ਰਿੜਾਇਓ ਔਰ ਸਾਰਿਆਂ ਨੂੰ ਇਹ ਉਪਦੇਸ਼ ਕੀਤਾ ਹੈ ਇਹ ਮੈਂ ਆਪਣੇ ਥਾਨ ਬਿਠਾਇਓ ਕਿ ਇਹ ਜਿਹੜੇ ਸ੍ਰੀ ਅਮਰਦਾਸ ਜੀ ਹਨ, ਇਹਨਾਂ ਨੂੰ ਅਸੀਂ ਭਾਈ ਖੁਦ ਆਪਦੇ ਸਥਾਨ ਤੇ ਗੁਰਤਾ ਸਿੰਘਾਸਣ ਤੇ ਬਿਠਾ ਰਹੇ ਹਾਂ। ਮੋਹ ਮਹਿ ਇਸ ਮਹਿ ਭੇਦ ਨ ਜਾਣੋ ਸਾਡੇ ਵਿੱਚ ਔਰ ਇਹਨਾਂ ਦੇ ਵਿੱਚ ਕੋਈ ਵੀ ਭਾਈ ਰੰਚਕ ਭੇਦ ਨਾ ਜਾਣੇ, ਸਾਡਾ ਹੀ ਰੂਪ ਹਨ। ਜੋ ਜਾਣੈ ਲਹਿ ਖੇਦ ਮਹਾਨੋ ਤੇ ਜਿਹੜਾ ਸ੍ਰੀ ਗੁਰੂ ਅੰਗਦ ਮਹਾਰਾਜ ਕਹਿੰਦੇ ਸਾਡੇ ਵਿੱਚ ਤੇ ਸ੍ਰੀ ਅਮਰਦਾਸ ਜੀ ਵਿੱਚ ਭੇਦ ਜਾਣੇਗਾ ਨਾ ਵੀ ਖਰੇ ਇਹ ਹੋਰ ਆ ਤੇ ਸ੍ਰੀ ਅੰਗਦ ਜੀ ਹੋਰ ਸਨ, ਉਹ ਦੁੱਖ ਪ੍ਰਾਪਤ ਕਰੇਗਾ, ਉਹਨੂੰ ਕਦੇ ਸੁੱਖ ਨਹੀਂ ਮਿਲੇਗਾ। ਭੁਗਤ ਮੁਕਤ ਸਭ ਇਨਕੇ ਹਾਥ ਜਿਹੜੀ ਐਸ਼ਵਰਜ ਹੁੰਦੀ ਵੈ ਭੁਗਤਣ ਵਾਸਤੇ ਪਦਾਰਥ ਅਤੇ ਸਾਰੀਆਂ ਮੁਕਤੀਆਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਅਸੀਂ ਹੱਥ ਦਿੰਦੇ ਹਾਂ। ਜੋ ਸੇਵਾ ਹੋਵੇ ਸੁਖ ਸਾਥ ਜਿਹੜਾ ਇਹਨਾਂ ਦੀ ਸੇਵਾ ਕਰੇਗਾ ਉਹ ਸਹਿਜ ਸੁਖਾਂ ਦੇ ਹੋ ਜਾਵੇਗਾ, ਸਮੇਤ ਸੁਖਾਂ ਦੇ ਹੋਵੇਗਾ। ਸ਼ਰਨ ਪਰੈ ਸੋ ਜਗ ਤਰੈ ਜਿਹੜਾ ਵੀ ਭਾਈ ਸ੍ਰੀ ਅਮਰਦਾਸ ਜੀ ਦੇ ਚਰਨੀ ਪਵੇਗਾ ਨਾ, ਸ਼ਰਨੀ ਪਵੇਗਾ, ਉਹ ਸੰਸਾਰ ਤੋਂ ਤਰ ਜਾਵੇਗਾ। ਹੋਏ ਦੁਖੀ ਦਰੋਹ ਜੋ ਅਰ ਤਰੈ ਤੇ ਜਿਹੜਾ ਇਹਨਾਂ ਦੇ ਪਰਥਾਏ ਮਨ ਵਿੱਚ ਈਰਖਾ ਰੱਖੇਗਾ, ਇਹਨਾਂ ਨਾਲ ਛਲ ਧੋਖਾ ਕਰੇਗਾ, ਉਹ ਸੰਸਾਰ ਵਿੱਚ ਸਦਾ ਦੁਖੀ ਹੋ ਮਰੇਗਾ, ਦੁੱਖ ਪਾਵੇਗਾ। ਈਰਖਾ ਕਰੈ ਸਰੈ ਨਹਿ ਕਾਰ ਜੇ ਕੋਈ ਇਹਨਾਂ ਨਾਲ ਈਰਖਾ ਕਰੇਗਾ ਉਹਦਾ ਕੋਈ ਵੀ ਕੰਮ ਨਹੀਂ ਸੌਰੇਗਾ, ਕੰਮ ਨਹੀਂ ਉਹਦਾ ਸੂਤ ਬੈਠੇਗਾ। ਉਲਟੋ ਆਪਣੋ ਲੇਹ ਬਿਗਾਰ ਤੇ ਉਲਟਾ ਸੌਰੇ ਹੋਏ ਕੰਮ ਵੀ ਉਹਦੇ ਵਿਗੜਿਆ ਕਰਨਗੇ ਜਿਹੜਾ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਈਰਖਾ ਠਾਨੇਗਾ। ਇਮ ਕਹਿ ਲੀਨ ਹਕਾਰ ਜੁਲਾਹੇ ਇਉਂ ਕਹਿ ਕੇ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀਆਂ ਫਿਰ ਸਿੱਖ ਦੇ ਹੱਥ ਸੁਨਵਾ ਭੇਜਿਆ, ਜਿਹੜੇ ਇੱਥੇ ਪਿੰਡ ਜੁਲਾਹੇ ਰਹਿੰਦੇ ਸੀ ਲਾਗੇ ਹੀ ਇਸ ਧਰ ਖਡੂਰ ਸਾਹਿਬ ਤੋਂ, ਉਹਨਾਂ ਨੂੰ ਮਹਾਰਾਜ ਜੀਆਂ ਕੋਲ ਬੁਲਾਇਆ ਹੈ। ਤਤ ਛਿਨ ਆਏ ਸਤਿਗੁਰ ਪਾਹੇ ਲਾਗੇ ਘਰ ਹੋਣ ਕਾਰਨ ਜੁਲਾਇਆ ਤੇ ਜੁਲਾਈ ਉਹਨਾਂ ਦਾ ਪਰਿਵਾਰ ਬੜੀ ਜਲਦੀ ਪਹੁੰਚਿਆ ਹੈ।